Tulsi Gabbard's Jai Shri Krishna will not help India resolve Pannu assassination plot case. ਇਹ ਜਿਹੜਾ ਕੇਸ ਹੈ ਇਸ 'ਚ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦੇ ਆਫਿਸਰ ਦਾ ਜਿਹੜਾ ਮੇਨ ਰੋਲ ਹੈ ਰਾਹ ਦਾ ਉਹਨੇ ਇਹਨੂੰ ਹੋਰ ਵੀ ਕੰਪਲਿਕੇਟਡ ਬਣਾਇਆ ਹੋਇਆ ਔਰ ਇਹ ਨਿਊ ਦਿੱਲੀ ਇਜ਼ ਕੀਨਲੀ ਅਵੇਅਰ that resolving this case is crucial as it could have significant repercussions for both national security and international relations. ਭਾਰਤ ਨੇ ਗੈਬਰਟ ਨੂੰ ਇਹ ਕਿਹਾ ਕਿ ਵੀ ਉਹ ਨਾ ਸਿਰਫ SFJ ਨੂੰ ਬੈਨ ਕਰੇ ਔਰ ਪੰਨੂ ਦੀਆਂ ਐਕਟੀਵਿਟੀਜ਼ ਨੂੰ ਰੋਕੇ but urge the Trump administration to close the case that has been lying at the US Justice Department. ਉਹਨਾਂ ਨੂੰ ਸੀ ਜੀ ਅਸੀਂ ਰੌਲਾ ਪਾ ਦਿੱਤਾ ਕਿ SFJ ਬੈਂਡ ਆਰਗੇਨਾਈਜੇਸ਼ਨ ਹੈ, ਪੰਨੂ ਟੈਰਰਿਸਟ ਹੈ ਔਰ ਅਮਰੀਕਾ ਜਿਹੜਾ ਉਹ ਰੋਕ ਦੇਗਾ ਰੈਫਰੈਂਡਮ ਨੂੰ ਜਾਂ ਦੂਜਿਆਂ ਨੂੰ। ਉਹਨਾਂ ਨੇ ਤਾਂ ਸਿਵਿਕ ਸੈਂਟਰ ਦੇ ਉੱਤੇ ਲੈ ਆਂਦਾ। ਇਹ ਹੋ ਸਕਦਾ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਜਿਹੜੀਆਂ ਗੱਲਾਂ ਬਹੁਤ ਓਪਨਲੀ ਉਹਨਾਂ ਨੇ ਇੰਡੀਆ ਬਾਰੇ ਜਾਂ ਰਾਹ ਬਾਰੇ ਜਾਂ ਉਹਨਾਂ ਦੇ ਇੰਟੈਲੀਜੈਂਸ ਆਫੀਸ਼ੀਅਲ ਕਹੀਆਂ, ਇਹ ਥੋੜ੍ਹਾ ਜਿਹਾ ਬਚਾ ਕੇ ਜਿਹੜਾ ਡੈਲੀਕੇਟ ਬੈਲੈਂਸ ਦਾ ਮਤਲਬ ਹੁੰਦਾ ਵੀ ਅੰਦਰ ਵੜ ਕੇ ਬਾਂਹ ਮਰੋੜਨੀ ਤੇ ਬਾਹਰ ਕੁਛ ਨਾ ਕਹਿਣਾ ਵੀ ਇਵੇਂ ਹੋ ਸਕਦਾ। ਟਰੰਪ ਅਮਰੀਕਾ ਦੇ ਇੰਟਰਸਟ ਦੇ ਲਈ ਇਸ ਕੇਸ ਨੂੰ ਇੱਕ ਐਜ਼ ਏ ਬਾਰਗੇਨਿੰਗ ਚਿਪ ਜਿਹੜਾ ਹੈ ਉਹ ਬਣਾਏਗਾ ਤਾਂ ਕਿ ਦਿੱਲੀ ਨੂੰ, ਨਵੀਂ ਦਿੱਲੀ ਨੂੰ, ਇੰਡੀਆ ਨੂੰ ਨਿਚੋੜ ਕੇ ਵੱਧ ਤੋਂ ਵੱਧ ਉਹਦੇ ਚੋਂ ਜੋ ਕੱਢਿਆ ਜਾ ਸਕਦਾ ਅਮਰੀਕਨ ਇੰਟਰਸਟ ਦੇ ਲਈ ਉਹ ਕੱਢਿਆ ਜਾਏ। It is also important to note that Trump will likely ensure that India does not take any actions that could provoke unrest within the diverse Indian diaspora in the United States. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਖੁਰਦ। ਮੈਂ TV 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ 21 ਮਾਰਚ 2025 8 ਚੇਤ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਵੈਲਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅਰਦਾਸ ਤੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ, ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਸਰਦਾਰ ਸਿਮਰਪ੍ਰੀਤ ਸਿੰਘ ਜੋਰਾ ਵੱਲੋਂ। ਸੋ ਇਹਨਾਂ ਨੇ TV 84 ਖਾਸ ਕਰਕੇ ਡਾਕਟਰ ਅਮਰਜੀਤ ਸਿੰਘ ਦੀ ਉਦਮ ਦੀ ਸ਼ਲਾਘਾ ਕੀਤੀ ਹੈ ਕਿ ਉਹ ਕਿਸ ਤਰ੍ਹਾਂ ਐਵਰੀ ਡੇ ਜਿਹੜੇ ਇੰਟਰਨੈਸ਼ਨਲ ਜਿਹੜੇ ਇਸ਼ੂ ਹੁੰਦੇ ਨੇ ਉਹਨਾਂ ਨੂੰ ਸਾਡੇ ਤੱਕ ਪਹੁੰਚਾਉਂਦੇ ਨੇ, ਉਹਨਾਂ ਦੀ ਜਾਣਕਾਰੀ ਦਿੰਦੇ ਨੇ, ਸਾਡੀ ਜਾਣਕਾਰੀ ਦੇ ਵਿੱਚ ਵਾਧਾ ਹੁੰਦਾ ਹੈ। ਸੋ TV 84 ਲਈ ਅਤੇ ਡਾਕਟਰ ਸਾਹਿਬ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਨੇ। ਸੋ ਆਪਣੇ ਵਿਊਅਰਸ ਨੂੰ ਅਪੀਲ ਵੀ ਕਰਦੇ ਨੇ ਕਿ ਉਹ ਵੱਧ ਤੋਂ ਵੱਧ TV 84 ਦੀ ਸਪੋਰਟ ਕਰਨ ਔਰ ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਿਮਰਪ੍ਰੀਤ ਸਿੰਘ ਜੋਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਪਿਛਲੇ ਦਿਨੀ ਅਮਰੀਕਾ ਦੀਆਂ 18 ਏਜੰਸੀਆਂ ਦੀ ਇੰਚਾਰਜ ਡਾਇਰੈਕਟਰ ਤੁਲਸੀ ਗੈਬਰਡ ਭਾਰਤ ਦੇ ਦੌਰੇ ਤੇ ਗਈ ਔਰ ਭਾਰਤ ਸਰਕਾਰ ਵੱਲੋਂ ਉਸ ਤੋਂ
ਖਾਲਿਸਤਾਨੀ ਐਕਟਿਵਿਸਟ ਅਤੇ 6 ਫॉर ਜਸਟਿਸ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਔਰ ਉਸਨੇ ਆਪਣਾ ਜਿਹੜਾ ਭਾਸ਼ਣ ਸੀ ਉਹ ਵੀ ਜੈ ਸ਼੍ਰੀ ਕ੍ਰਿਸ਼ਨਾ ਦੇ ਨਾਲ ਸ਼ੁਰੂ ਕੀਤਾ ਔਰ ਵੈਬ ਸਟੋਰੀਜ਼ ਵਿੱਚ ਛਾਪੇ ਇੱਕ ਆਰਟੀਕਲ ਵਿੱਚ ਖਦਸ਼ਾ ਜ਼ਾਹਰ ਕੀਤਾ ਗਿਆ ਹੈ ਕਿ ਅਮਰੀਕਾ ਭਾਰਤ ਦੇ ਖਿਲਾਫ ਟ੍ਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਨੂੰ ਵਪਾਰਕ ਸੌਦੇਬਾਜ਼ੀ ਵਿੱਚ ਚਿਪ ਵਜੋਂ ਵਰਤ ਸਕਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅਸੀਂ ਕੈਲੀਫੋਰਨੀਆ ਤੋਂ ਵੀਰ ਸਿਮਰਪ੍ਰੀਤ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਜੀ। ਉਹਨਾਂ ਵੱਲੋਂ ਸਾਡੇ ਪ੍ਰਤੀ ਕਹੇ ਗਏ ਲਫ਼ਜ਼ਾਂ ਲਈ ਵੀ ਅਸੀਂ ਸ਼ੁਕਰਗੁਜ਼ਾਰ ਹਾਂ। ਅਸੀਂ ਤਾਂ ਇੱਕ ਪਹਿਰੇਦਾਰ ਵਾਂਗ ਜਾਗਤੇ ਰਹੋ ਹੋਕਾ ਹੀ ਦੇਣ ਦਾ ਸਾਡਾ ਕੰਮ ਹੈ। ਬਿਲਕੁਲ। ਤੇ ਇਹ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਕਿਉਂਕਿ ਇਸ ਪ੍ਰੋਗਰਾਮ ਰਾਹੀਂ ਲੱਖਾਂ ਲੋਕ ਜਿਹੜੇ ਨੇ ਉਹ ਜਾਣਕਾਰੀ ਲੈਂਦੇ ਨੇ ਗੁਰੂ ਦੀ ਰਹਿਮਤ ਨਾਲ। ਪਿਛਲੇ ਆਲਮੋਸਟ 12-13 ਸਾਲਾਂ 'ਚ ਇਸ ਵੇਲੇ ਗਲੋਬਲ ਵਿਊਅਰਸ਼ਿਪ ਹੈ। ਇਸ ਲਈ ਇਹ ਸਾਡੀ ਅਖੀਰਲੇ ਜਦੋਂ ਤੱਕ ਅਸੀਂ ਸਟੂਡੀਓ 'ਚ ਐਂਟਰ ਕਰਦੇ ਹਾਂ ਅਸੀਂ ਇਹੀ ਕੋਸ਼ਿਸ਼ ਕਰਦੇ ਹਾਂ ਕਿ ਜੋ ਲੇਟੈਸਟ ਦੁਨੀਆ ਦੇ ਵਿੱਚ ਚੱਲ ਰਿਹਾ ਹੈ ਉਸ ਦੇ ਉੱਤੇ ਸਾਡੀ ਟਿੱਪਣੀ ਹੋਏ ਔਰ ਜਿਹੜੇ ਸਿੱਖ ਨੁਕਤਾ ਨਿਗਾਹ ਹੈ ਉਹ ਕਿਵੇਂ ਉਸ ਸਾਰੇ 'ਚੋਂ ਜਿਹੜਾ ਸਾਡਾ ਨਿਸ਼ਾਨਾ ਕੌਮੀ ਘਰ ਖਾਲਿਸਤਾਨ ਦਾ ਜਾਂ ਪੰਥ ਦੀ ਚੜ੍ਹਦੀ ਕਲਾ ਦਾ ਉਹ ਕਿਵੇਂ ਨਿਕਲ ਸਕਦਾ ਹੈ ਉਸ ਦੇ ਲਈ ਅਸੀਂ ਸਤਤ ਜਿਹੜਾ ਹੈ ਉਹ 17-18 ਘੰਟੇ ਇਸ ਦੇ ਉੱਤੇ ਹੀ ਸਾਡਾ ਧਿਆਨ ਫੋਕਸ ਹੁੰਦਾ ਹੈ ਜੀ। ਔਰ ਜੋ ਜਾਣਕਾਰੀ ਅਸੀਂ ਦਿੰਦੇ ਹਾਂ ਉਸ ਦੇ ਵਿੱਚ ਬਹੁਤ ਵੱਡਾ ਹੁਣ ਯੋਗਦਾਨ ਸਾਡੇ ਉਹਨਾਂ ਵਿਊਅਰਸ ਦਾ ਵੀ ਹੈ। ਕੁਛ ਉਹ ਵੀਰ ਵੀ ਸਰ ਸੁਖਜਿੰਦਰ ਸਿੰਘ ਬਾਜਵਾ ਵਰਗੇ ਜਿਹੜੇ ਚੁੱਪ ਰਹਿ ਕੇ ਸੇਵਾ ਕਰਦੇ ਨੇ ਸਾਨੂੰ ਜਾਣਕਾਰੀ ਪਹੁੰਚਾਉਂਦੇ ਨੇ ਔਰ ਬਹੁਤ ਸਾਰੇ ਵੀਰ ਉਹ ਭੈਣਾਂ ਵੀ ਜਿਨ੍ਹਾਂ ਨੂੰ ਲੱਗਦਾ ਹੈ ਵੀ ਕੋਈ ਉਹਨਾਂ ਨੇ ਕਿਸੇ ਮੁਲਕ ਦੇ ਜਿਹੜੀ ਹੈ ਪਬਲੀਕੇਸ਼ਨ ਦੇ ਵਿੱਚ ਕੋਈ ਆਰਟੀਕਲ ਦੇਖਿਆ, ਕਿਸੇ ਨੇ ਨਿਊਜ਼ੀਲੈਂਡ ਦੇਖਿਆ, ਕਿਸੇ ਨੇ ਆਸਟ੍ਰੇਲੀਆ ਦੇਖਿਆ, ਬਿਲਕੁਲ ਉਹ ਸਾਡੇ ਤੱਕ ਪਹੁੰਚਾ ਦਿੰਦੇ ਨੇ। ਨਹੀਂ ਤਾਂ ਬਿਨਾਂ ਕਿਸੇ ਲੰਬੀ ਚੌੜੀ ਰਿਸਰਚ ਟੀਮ ਲੰਬੀ ਚੌੜੀ ਕੀ ਇਹ ਸਿੰਗਲ ਹੈਂਡਡਲੀ ਬਹੁਤ ਸਾਰੀਆਂ ਚੀਜ਼ਾਂ ਹੈਂਡਲ ਕਰਨੀਆਂ ਹੁੰਦੀਆਂ ਨੇ ਪਰ ਕਿਉਂਕਿ ਸਾਡੇ ਵਿਊਅਰ ਹੀ ਸਾਡੀਆਂ ਬਾਹਾਂ ਨੇ ਇਸ ਲਈ ਅਸੀਂ ਜਿਹੜਾ ਉਹਨਾਂ ਸਭ ਦਾ ਰਾਦਰ ਸ਼ੁਕਰਗੁਜ਼ਾਰੀ ਵੀ ਹੈ ਔਰ ਮਸ਼ਕੂਰ ਵੀ ਹੈ ਉਹਨਾਂ ਦੇ। ਅਸੀਂ ਧੰਨਵਾਦੀ ਵੀ ਹਾਂ ਕਿ ਉਹ ਉਹਨਾਂ ਦੇ ਯਤਨਾਂ ਸਦਕਾ ਜਿਹੜਾ ਹੈ ਇਹ ਅਸੀਂ ਕੁਛ ਕਰ ਪਾ ਰਹੇ ਹਾਂ। ਬਿਲਕੁਲ। ਇਸ ਤੋਂ ਪਹਿਲਾਂ ਕਿ ਅਸੀਂ ਤੁਲਸੀ ਗੈਬਰਟ ਦੀ ਭਾਰਤ ਯਾਤਰਾ ਔਰ ਉਸ ਬਾਰੇ ਇੰਟਰਨੈਸ਼ਨਲ ਮੀਡੀਆ 'ਚ ਜਾਂ ਖਾਸ ਤੌਰ 'ਤੇ ਅੱਜ ਜਿਵੇਂ ਵੈਬ ਸਟੋਰੀਜ਼ ਦੇ ਵਿੱਚ ਨਿਆਨਿਮਾ ਵਾਸੂ ਨੇ ਆਪਣਾ ਉਸ ਦੇ ਉੱਤੇ ਤਬਸਰਾ ਦਿੱਤਾ ਉਸ ਦੀ ਗੱਲ ਕਰੀਏ। ਅਸੀਂ ਇਹ ਦੱਸ ਦਈਏ ਕਿ ਸਿਵਿਕ ਸੈਂਟਰ ਲਾਸ ਐਂਜਲਸ 'ਚ ਆਉਂਦੇ ਐਤਵਾਰ 23 ਮਾਰਚ ਕਿਉਂਕਿ ਇਸ ਵੀਕ ਦਾ ਸਾਡਾ ਅਖੀਰਲਾ ਪ੍ਰੋਗਰਾਮ ਹੈ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈ ਰਹੀਆਂ ਨੇ। ਬਹੁਤ ਸਾਰੇ ਵੀਰ ਭੈਣਾਂ ਹੋਰ ਸੂਬਿਆਂ 'ਚੋਂ ਵੀ ਗੁਆਂਢੀ ਮੁਲਕ 'ਚੋਂ ਵੀ ਜਿਵੇਂ ਕੈਨੇਡਾ 'ਚੋਂ ਭਾਈ ਸੰਤੋਖ ਸਿੰਘ ਪਾਊ, ਭਾਈ ਸੁਖਦੇਵ ਸਿੰਘ ਗਿੱਲ ਇਹ ਸਾਰੇ ਵੀ ਟੋਰਾਂਟੋ ਪਹੁੰਚੇ ਹੋਏ ਨੇ ਔਰ ਪੂਰਾ ਉਤਸ਼ਾਹ ਹੈ। ਸਿਵਿਕ ਸੈਂਟਰ ਆਪਣੇ ਆਪ ਦੇ ਵਿੱਚ ਇੱਕ ਪ੍ਰੈਸਟੀਜੀਅਸ ਥਾਂ ਹੁੰਦੀ ਹੈ ਜਿੱਥੇ ਵੋਟਾਂ ਪੈਣੀਆਂ ਨੇ। ਸੋ ਅਸੀਂ ਇਹ ਜ਼ੋਰਦਾਰ ਅਪੀਲ ਵੀ ਕਰਾਂਗੇ ਕਿ ਵੱਧ ਤੋਂ ਵੱਧ ਜਿਹੜਾ ਹੈ ਉਹ ਵੀਰ ਭੈਣਾਂ ਜਿਹੜੇ ਉਸ ਖਿੱਤੇ ਦੇ ਵਿੱਚ ਨੇ LA ਬੇਕਰਸਫੀਲਡ ਬੇ ਏਰੀਏ ਤੱਕ ਉਹ ਜ਼ਰੂਰ ਜਿਹੜਾ ਹੈ ਇਸ ਦੇ ਵਿੱਚ ਸ਼ਮੂਲੀਅਤ ਕਰਨ। ਸਾਡੀ ਵੀ ਇਹ ਕੋਸ਼ਿਸ਼ ਹੋਏਗੀ ਕਿ ਜਿਹੜੀ ਉੱਥੋਂ ਦੀ ਕਵਰੇਜ ਹੈ ਉਸ ਦਾ ਲਿੰਕ ਸਾਨੂੰ ਜੇ ਪ੍ਰੋਪਰਲੀ ਮਿਲਦਾ ਹੈ ਤੇ ਅਸੀਂ TV 84 ਦੇ ਵਿਊਅਰਸ ਤੱਕ ਵੀ ਉਹ ਸਾਰੇ ਪ੍ਰੋਗਰਾਮ ਨੂੰ ਪਹੁੰਚਾਵਾਂਗੇ। ਦੇਖੋ ਅਸੀਂ 2 ਪ੍ਰੋਗਰਾਮ ਬੜੀ ਡੀਟੇਲ ਦੇ ਵਿੱਚ ਕੀਤੇ ਜਿਹੜੇ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਮਿਸਟਰ ਕ੍ਰਿਸਟੋਫਰ ਉਸ ਨਾਲ ਸੰਬੰਧਿਤ ਸੀ ਕਿਉਂਕਿ ਰਾਇਸੀਨਾ ਡਾਇਲੋਗ ਜਿਹਦੇ 'ਚ 20 ਤੋਂ ਜ਼ਿਆਦਾ ਮੁਲਕਾਂ ਦੇ ਹੈਡ ਆਫ ਦਾ ਸਟੇਟਸ ਜਾਂ ਫੋਰਨ ਮਿਨਿਸਟਰਸ ਜਾਂ ਹਾਈਲੀ ਪਲੇਸਡ ਆਫੀਸ਼ੀਅਲਸ ਆਏ। ਉਹਨਾਂ ਨੇ ਕੀ ਨੋਟ ਸਪੀਕਰ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਸੀ ਮਿਸਟਰ ਕ੍ਰਿਸਟੋਫਰ। ਸੋ ਉਹਨਾਂ ਦੇ ਨਾਲ ਜੁਆਇੰਟ ਪ੍ਰੈਸ ਕਾਨਫਰੰਸ 'ਚ ਵੀ ਮੋਦੀ ਨੇ ਖਾਲਿਸਤਾਨ ਦੇ ਮੁੱਦੇ ਨੂੰ ਔਰ ਖਾਲਿਸਤਾਨ ਰੈਫਰੈਂਡਮ ਜਿਹੜਾ ਨਿਊਜ਼ੀਲੈਂਡ 'ਚ ਹੋਇਆ ਉਸ ਨੂੰ ਆਧਾਰ ਬਣਾਇਆ ਔਰ ਫਿਰ 2 ਜਿਹੜੀਆਂ ਪ੍ਰੋਮੀਨੈਂਟ ਅਦਰਵਾਈਜ਼ ਪ੍ਰੋਫੈਸ਼ਨਲ ਔਰ ਇੰਟਰਨੈਸ਼ਨਲ ਪੋਲਿਟਿਕਸ ਨੂੰ ਸਮਝਣ ਵਾਲੀਆਂ ਜਰਨਲਿਸਟ ਨੇ ਔਰ ਇੰਡੀਪੈਂਡੈਂਟ ਆਪਣਾ ਇੱਕ ਉਹਨਾਂ 'ਚੋਂ ਸੁਹਾਸਨੀ ਹੈਦਰ ਜਿਹੜੀ ਫੋਰਨ ਅਫੇਅਰਸ ਦਾ ਹਿੰਦੂ ਦਾ ਹੈਡ ਕਰਦੀ ਹੈ ਤੇ ਦੂਸਰੀ ਪਲਕੀ ਸ਼ਰਮਾ ਜਿਹੜੀ ਕਿ
ਪ੍ਰਮੁੱਖ ਫਸਟ ਪੋਸਟ ਜਿਸ 'ਤੇ ਮਿਲੀਅਨਸ ਦੇ ਵਿੱਚ ਵਿਊਅਰਸ ਨੇ, ਉਸ ਦੇ ਵਿੱਚ ਆਲਮੋਸਟ ਉਸ ਦਾ 1 ਘੰਟੇ ਦਾ ਰੋਜ਼ਾਨਾ ਨਿਊਜ਼ ਸ਼ੋਅ ਹੁੰਦਾ ਹੈ ਔਰ ਫੁੱਲ ਨਫ਼ਰਤ ਨਾਲ ਭਰੀਆਂ ਹੋਈਆਂ ਇਹਨਾਂ ਦੋਨੋਂ ਬੀਬੀਆਂ ਨੇ ਤਿੰਨ ਸਵਾਲ ਹੀ ਦੋਨਾਂ ਨੇ ਐਜ਼ ਏ ਫੋਲੋ ਅਪ ਕ੍ਰਿਸਟੋਫਰ ਨੂੰ ਪੁੱਛੇ ਕਿ ਭਾਈ ਉੱਥੇ ਤੁਸੀਂ ਰੋਕੋਗੇ ਕੀ ਫਰਦਰ ਉੱਥੇ ਤੁਸੀਂ ਹੋਣ ਦਿਓਗੇ ਖਾਲਿਸਤਾਨ ਰੈਫਰੈਂਡਮ ਕਿ ਨਹੀਂ। ਇਸ ਬਾਰੇ ਜਿਹੜਾ ਹੈ ਉਸਨੇ ਫਰਮ ਸਟੈਂਡ ਲਿਆ, ਸੋ ਉਹਨਾਂ ਨੂੰ ਅਸੀਂ ਸੈਲਿਊਟ ਵੀ ਕੀਤਾ। ਪਰ ਬਹੁਤ ਸਾਰਿਆਂ ਨੂੰ ਇਹ ਕਿਉਂਕਿ ਅਸੀਂ ਅਮਰੀਕਾ 'ਚ ਬੈਠੇ ਹਾਂ, ਅਮਰੀਕਾ ਦੇ ਵਿੱਚ ਇੰਡੀਆ ਦਾ ਟਰਾਂਸਨੈਸ਼ਨਲ ਰਿਪਰੈਸ਼ਨ ਹੋਇਆ ਔਰ ਇਸ ਵੇਲੇ ਜਦੋਂ ਅਸੀਂ ਏਜੰਸੀਆਂ ਦੀ ਗੱਲ ਕਰਦੇ ਹਾਂ 18 ਵੱਡੀਆਂ ਏਜੰਸੀਆਂ ਜਿਨ੍ਹਾਂ 'ਚ ਖੁਫੀਆ ਮੁੱਖ ਤੌਰ 'ਤੇ ਨੇ, ਜਿਨ੍ਹਾਂ ਦਾ $70 ਬਿਲੀਅਨ ਦਾ ਬਜਟ ਹੈ, ਉਹਨਾਂ ਦੀ ਇੰਚਾਰਜ ਡਾਇਰੈਕਟਰ ਤੁਲਸੀ ਗੈਬਰਡ ਸਪਾਈ ਮਾਸਟਰਸ ਦੀ ਮੀਟਿੰਗ ਜਿਹੜੀ ਰਾਇਸੀਨਾ ਡਾਇਲੋਗ ਤੋਂ ਇੱਕ ਦਿਨ ਪਹਿਲਾਂ ਸੀ, ਜਿਸ ਦੇ ਵਿੱਚ ਪੰਜੋ ਹੀ ਫਾਈਵ ਆਈਜ਼ ਜਿਹੜੀਆਂ ਕੰਟਰੀਜ਼ ਨੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਕੇ, ਉਹਨਾਂ ਦੇ ਸਪਾਈ ਚੀਫ ਸ਼ਾਮਲ ਸੀ। ਪਹਿਲੀ ਵਾਰ ਸੀ ਜਦੋਂ ਦਾ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ ਕਿ ਸੀਸਸ ਦਾ ਚੀਫ ਵੀ ਜਿਹੜਾ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਹੈ, ਕੈਨੇਡੀਅਨ ਸੀਕ੍ਰੇਟ ਇੰਟੈਲੀਜੈਂਸ ਸਰਵਿਸ, ਉਹਨੇ ਵੀ ਪਾਰਟਿਸਿਪੇਟ ਕੀਤਾ ਔਰ ਦੂਸਰੇ ਮੁਲਕਾਂ ਦੇ ਵੀ ਸੀ। ਔਰ ਤੁਲਸੀ ਗੈਬਰਡ ਕੱਲਾ ਉਹਦੇ 'ਚ ਸਪਾਈ ਮਾਸਟਰਸ ਦੀ ਮੀਟਿੰਗ 'ਚ ਨਹੀਂ ਗਈ, ਅਗਲੇ ਦਿਨ ਉਹਨੂੰ ਵੀ ਬਹੁਤਿਆਂ ਨੇ ਕਿਹਾ ਕਿ ਸਰਪ੍ਰਾਈਜ਼ਿੰਗਲੀ ਸ਼ੀ ਵਿਜ਼ਿਟਡ ਰਾਇਸੀਨਾ ਡਾਇਲੋਗ, ਜਿੱਥੇ ਉਹਨੇ ਐਡਰੈਸ ਕੀਤਾ ਜੈ ਸ਼੍ਰੀ ਕ੍ਰਿਸ਼ਨਾ ਦੇ ਨਾਲ ਔਰ ਉਸਨੇ ਆਪਣੀ ਸਾਂਝ ਭਾਰਤ ਦੇ ਨਾਲ ਔਰ ਦੋਨੋਂ ਮੁਲਕਾਂ ਦਾ ਕੀਤਾ। ਲੇਕਿਨ ਇਸ 'ਚ ਔਰ ਉਹਨੇ ਤੁਲਸੀ ਗੈਬਰਡ ਨੇ ਰਾਜਨਾਥ ਸਿੰਘ ਦੇ ਨਾਲ ਵੀ ਮੁਲਾਕਾਤ ਕੀਤੀ, ਡਿਫੈਂਸ ਮਿਨਿਸਟਰ ਨਾਲ। ਉਹਨੇ ਐਕਸਪਲਿਸਿਟਲੀ ਭਾਰਤ ਦੇ ਡਿਫੈਂਸ ਮਿਨਿਸਟਰ ਨੇ ਮੰਗ ਕੀਤੀ ਕਿ ਸਿੱਖਸ ਫਾਰ ਜਸਟਿਸ 'ਤੇ ਪਾਬੰਦੀ ਲਾਈ ਜਾਏ। ਗੁਰਪਤਵੰਤ ਸਿੰਘ ਪੰਨੂ ਨੂੰ ਕਿਵੇਂ ਉਹਨਾਂ ਨੇ 2018 ਤੋਂ ਦਹਿਸ਼ਤਗਰਦ ਬਣਾਇਆ ਹੋਇਆ, ਇਸ ਦੀ ਗੱਲ ਕੀਤੀ। ਔਰ ਹੋਰ ਵੀ ਅਮਰੀਕਾ 'ਚ ਐਂਟੀ ਇੰਡੀਆ ਐਕਟੀਵਿਟੀਜ਼ ਦਾ ਜ਼ਾਹਰ ਹੈ ਖਾਲਿਸਤਾਨ ਦੀ ਗੱਲ ਹੀ ਹੈ, ਉਸ ਦੇ ਉੱਤੇ ਗੱਲ ਕੀਤੀ। ਇਹ ਵੀ ਬਿਲਕੁਲ ਠੀਕ ਹੈ ਕਿ ਇਸ ਸਾਰੇ ਦੇ ਉੱਤੇ ਤੁਲਸੀ ਗੈਬਰਡ ਨੇ ਕੋਈ ਵੀ ਐਸਾ ਬਿਆਨ ਨਹੀਂ ਦਿੱਤਾ ਜਾਂ ਐਸੀ ਕੋਈ ਸਟੇਟਮੈਂਟ ਨਹੀਂ ਦਿੱਤੀ ਜਿਸ ਤੋਂ ਇਹ ਲੱਗੇ ਕਿ ਅਮਰੀਕਾ ਜਿਹੜਾ ਹੈ ਉਹ ਬਾਈਡਨ ਐਡਮਿਨਿਸਟ੍ਰੇਸ਼ਨ ਤੋਂ ਬਾਅਦ ਟਰੰਪ ਐਡਮਿਨਿਸਟ੍ਰੇਸ਼ਨ ਦੀ ਨੀਤੀ ਭਾਰਤ ਪ੍ਰਤੀ ਉਦਾਰ ਹੋਈ ਹੈ ਜਾਂ ਭਾਰਤ ਨੂੰ ਉਹਨਾਂ ਨੇ ਆਫ ਦਾ ਹੁੱਕ ਕੀਤਾ। ਇਹ ਆਪਣੇ ਆਪ ਦੇ ਵਿੱਚ ਤਸੱਲੀ ਦਾ ਬਾਇਸ ਸੀ, ਪਰ ਅਸੀਂ ਇਹ ਵੀ ਦੇਖਣਾ ਚਾਹੁੰਦੇ ਸੀ ਕਿ ਵੀ ਇਸ ਸਾਰੇ ਦੇ ਉੱਤੇ ਜਿਹੜੀ ਕੀ ਟੇਕ ਹੁੰਦੀ ਹੈ ਜਾਂ ਜਿਹੜੇ ਖਾਸ ਤੌਰ 'ਤੇ ਇੰਡੀਅਨ ਨੈਸ਼ਨਲਿਸਟ ਨੇ ਉਹ ਇਸ ਸਾਰੇ ਨੂੰ ਕਿਵੇਂ ਦੇਖਦੇ ਨੇ ਉਹਨਾਂ ਦਾ, ਕਿਉਂਕਿ ਤੁਲਸੀ ਗੈਬਰਡ ਨੇ ਕੋਈ ਵੀ ਨਾ ਪੱਖੀ ਗੱਲ ਨਹੀਂ ਕੀਤੀ। ਇਹ ਇੱਕ ਤਸੱਲੀ ਦਾ ਬਾਇਸ ਸੀ ਔਰ ਇਹ ਜਿਹੜਾ ਕਿ ਵੈਬ ਸਟੋਰੀਜ਼ ਦੇ ਵਿੱਚ ਨਿਆਨਿਮ ਵਾਸੂ ਦੀ ਲਿਖਤ ਹੈ, ਜਿਸ ਦਾ ਓਪੀਨੀਅਨ ਪੇਜ ਦੇ ਉੱਤੇ ਹੈ, ਜਿਸ ਦੀ ਦਾ ਉਨਵਾਨ ਹੀ ਇਹ ਹੈ ਤੁਲਸੀ ਗੈਬਰਡਸ ਜੈ ਸ਼੍ਰੀ ਕ੍ਰਿਸ਼ਨਾ ਵਿਲ ਨਾਟ ਹੈਲਪ ਇੰਡੀਆ ਰਿਜ਼ੋਲਵ ਪੰਨੂ ਅਸੈਸੀਨੇਸ਼ਨ ਪਲਾਟ ਕੇਸ। ਹੁਣ ਇਹ ਆਪਣੇ ਆਪ 'ਚ ਹੀ ਟਾਈਟਲ ਬਹੁਤ ਕੁਝ ਕਹਿੰਦਾ ਕਿ ਵੀ ਇਹਦੇ ਨਾਲ ਜੇ ਉਹਨੇ ਉੱਥੇ ਉਹ ਹਿੰਦੂ ਤਾਂ ਵੀ ਇਹ ਖੁਸ਼ ਹੋ ਜਾਣ ਕਿ ਜੀ ਜੈ ਸ਼੍ਰੀ ਕ੍ਰਿਸ਼ਨਾ ਕਹਿਣ ਵਾਲੀ ਜਾਂ ਇੱਕ ਵਾਈਟ ਵੂਮਨ ਜਿਹੜੀ ਕਿ ਹਿੰਦੂਇਜ਼ਮ ਦੇ ਵਿੱਚ ਕਨਵਰਟ ਹੋਈ ਹੈ ਔਰ ਉਹਦੇ 'ਚ ਜਿਹੜਾ ਉਹਨਾਂ ਨੇ ਜੈ ਸ਼੍ਰੀ ਕ੍ਰਿਸ਼ਨਾ ਕਹਿ ਦਿੱਤਾ ਹੈ, ਅਤੇ ਉਹਦੇ ਨਾਲ ਇਹ ਹੈ ਕਿ ਵੀ ਅਮਰੀਕਾ ਹੁਣ ਗੁਰਪਤਵੰਤ ਪੰਨੂ ਮਰਡਰ ਪਲਾਟ ਜਿਹੜਾ ਹੈ ਉਸ ਨੂੰ ਆਫ ਦਾ ਹੁੱਕ ਉਸ ਨੂੰ ਸ਼ੈਲਵ ਕਰ ਦੇਗਾ ਜਾਂ ਉਸ ਨੂੰ ਠੰਡੇ ਬਸਤੇ 'ਚ ਪਾ ਦੇਗਾ। ਸੋ ਟਾਈਟਲ ਆਪਣੇ ਆਪ ਦੇ ਵਿੱਚ ਇਹ ਦੱਸਦਾ ਹੈ ਕਿ ਵੀ ਇਵੇਂ ਨਹੀਂ ਹੋਣ ਜਾ ਰਿਹਾ ਔਰ ਇਸ 'ਚ ਬੜੀ ਡੀਟੇਲ ਦੇ ਵਿੱਚ ਜਿਹੜਾ ਹੈ ਇਸ ਸਾਰੇ ਨੂੰ ਘੋਖਿਆ ਗਿਆ ਕਿ ਉਹਨੇ ਕਿਹਾ ਵੀ UN ਡਾਇਰੈਕਟਰ US ਦਾ US ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਤੁਲਸੀ ਗੈਬਰਡ ਦੀ ਜਿਹੜੀ ਰੀਸੈਂਟ ਇੰਡੀਆ ਵਿਜ਼ਿਟ ਸੀ ਇਹ ਸਿਗਨੀਫਿਕੈਂਟ ਸੀ, ਅਹਿਮ ਸੀ, ਕਿਉਂਕਿ ਇਹ ਪਹਿਲੀ ਹਾਈ ਲੈਵਲ ਅਰਾਈਵਲ ਹੋਈ ਹੈ ਡੋਨਲਡ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਜਦੋਂ ਤੋਂ ਉਹ ਵਾਈਟ ਹਾਊਸ 'ਚ ਉਹਨਾਂ ਨੇ ਐਜ਼ ਏ ਪ੍ਰੈਜ਼ੀਡੈਂਟ ਸਹੁੰ ਚੁੱਕੀ ਹੈ। ਇਹ ਸਿਰਫ ਜਿਹੜੀ ਵਿਜ਼ਿਟ ਹੈ ਇੱਕ ਡਿਪਲੋਮੈਟਿਕ ਜੈਸਚਰ ਹੀ ਨਹੀਂ ਸੀ, ਪਰ ਇਹ ਇੱਕ ਸਟ੍ਰੈਟੇਜਿਕ ਓਪਰਚੁਨਿਟੀ ਵੀ ਸੀ, ਮੌਕਾ ਵੀ ਸੀ ਭਾਰਤ ਦੇ ਲਈ, ਜਿਹਦੇ 'ਚ ਕਿ ਉਹਨਾਂ ਕ੍ਰਿਟੀਕਲ ਇਸ਼ੂਜ਼ ਨੂੰ ਜਿਨ੍ਹਾਂ ਕਰਕੇ ਇੰਡੀਆ ਔਰ ਯੂਨਾਈਟਿਡ ਸਟੇਟਸ ਦੀ ਬਾਈਲੈਟਰਲ ਦੋ ਪੱਖੀ ਜਿਹੜੀ ਰਿਲੇਸ਼ਨਸ਼ਿਪ ਹੈ ਉਹ ਜੈਪਰਡਾਈਜ਼ ਹੋਈ ਸੀ, ਟੁੱਟੀ ਹੋਈ ਸੀ, ਕਿਉਂਕਿ ਪ੍ਰੈਜ਼ੀਡੈਂਟ ਬਾਈਡਨ ਨੇ ਤਾਂ ਈਵਨ ਰਿਪਬਲਿਕ ਡੇ ਦੇ ਉੱਤੇ ਚੀਫ ਗੈਸਟ ਹੋਣਾ ਸੀ, ਉਹ ਨਹੀਂ ਗਏ
ਔਰ ਹੋਰ ਵੀ ਬਹੁਤ ਸਾਰਾ ਜਿਹੜਾ ਇਸ ਕਿਸਮ ਦੀ ਬਿਟਰਨੈਸ ਚੱਲ ਰਹੀ ਸੀ ਜੀ ਕਿ ਵੀ ਇਹ ਤਾਂ ਇੱਕ ਬ੍ਰੇਕ ਥਰੂ ਸੀ ਕਿ ਵੀ ਇਹ ਬਾਇਲੇਟਰਲ ਰਿਲੇਸ਼ਨਸ਼ਿਪ ਨੂੰ ਮੁੜ ਜਿਹੜਾ ਪਟੜੀ ਤੇ ਚਾੜਨ ਦੀ ਗੱਲ। ਪਰ ਇਹਨਾਂ ਦੇ ਨਾਲ ਇਹ ਵੀ ਜਿਹੜੇ ਨੇ ਉਹਨਾਂ ਦੋਨਾਂ ਨੇਸ਼ਨਸ ਦੇ ਵਿੱਚ ਕੀ ਕਨਵਰਸੇਸ਼ਨ ਹੋਈ, ਕੀ ਕੰਸਰਨ ਸੀ, ਔਰ ਇਹ ਜਿਹੜਾ ਡੈਲੀਕੇਟ ਬੈਲੈਂਸ ਹੈ ਡਿਪਲੋਮੈਟਿਕ ਡਾਇਲੌਗ ਦਾ, ਇਸ ਬਾਰੇ ਵੀ ਜਿਹੜੀਆਂ ਨੇ ਕਿਆਸ ਲਾਈਆਂ ਜਾ ਰਹੀਆਂ ਸੀ। ਜੀ ਔਰ ਨਵੀਂ ਦਿੱਲੀ ਦੇ ਵਿੱਚ ਬੜਾ ਉਤਸ਼ਾਹ ਸੀ ਜਦੋਂ ਕਿ ਉਹ ਤੁਲਸੀ ਗੈਬਰਡ ਨੂੰ ਵੈਲਕਮ ਕਰਨ ਦੀਆਂ ਤਿਆਰੀਆਂ ਕਰ ਰਹੇ ਸੀ। ਪਰ ਉਹਨਾਂ ਨੇ ਕਿਹਾ ਕਿ ਵੀ ਦਿਸ ਐਂਥੂਸੀਆਜ਼ਮ ਹਾਊਐਵਰ ਵਾਜ਼ ਟੈਂਪਰਡ ਬਾਈ ongoing tensions with the United States, with Trump ramping up criticism of India's tariffs on American imports। ਭਾਵੇਂ ਬੜੇ ਸਵਾਗਤ ਦੀਆਂ ਤਿਆਰੀਆਂ ਹੋ ਰਹੀਆਂ ਸੀ ਤੁਲਸੀ ਦੇ, ਪਰ ਜਿਵੇਂ ਟਰੰਪ ਨੇ ਟੈਰਿਫ ਦੇ ਉੱਤੇ ਭਾਰਤ ਨੂੰ ਰਗੜੇ ਦਿੱਤੇ, ਟੈਰਿਫ ਕਿੰਗ ਔਰ ਇਕੁਅਲ ਕਰਾਂਗੇ ਔਰ ਸਭ ਤੋਂ ਜ਼ਿਆਦਾ ਲਾਉਂਦੇ ਨੇ, ਹੁਣ 2 ਅਪ੍ਰੈਲ ਤੋਂ ਅਸੀਂ ਵੀ ਉਹਨਾਂ ਨੂੰ ਉਹਦੇ ਬਰਾਬਰ ਹੀ ਲਾਵਾਂਗੇ। ਅੱਛਾ। ਔਰ ਇਸ ਐਫਰਟ ਨੂੰ ਜਿਹੜਾ ਹੈ ਇਸ ਕੰਸਰਨ ਨੂੰ ਦੇਖਦਿਆਂ ਹੋਇਆਂ ਉਹਨਾਂ ਨੇ ਜਿਹੜਾ ਬਾਇਲੇਟਰਲ ਮੋਦੀ ਨੇ ਆਪਣੇ ਕਾਮਰਸ ਮਿਨਿਸਟਰ ਨੂੰ ਭੇਜਿਆ ਕਿ ਬਾਇਲੇਟਰਲ ਟ੍ਰੇਡ ਐਗਰੀਮੈਂਟ ਅਮਰੀਕਾ ਨਾਲ ਹੋ ਜਾਏ, ਪਰ ਉਸ ਚੋਂ ਵੀ ਕੋਈ ਜਿਹੜਾ ਪ੍ਰੋਪਰ ਜਿਹੜਾ ਪੋਜ਼ਿਟਿਵ ਕੁਛ ਨਹੀਂ ਨਿਕਲਿਆ। ਇਸ ਕਿਸਮ ਦੇ ਡਿਪਲੋਮੈਟਿਕ ਐਫਰਟਸ ਦੇ ਵਿੱਚ ਜਦੋਂ ਕਿ ਇਹ ਸਾਹਮਣੇ ਚੱਲ ਰਿਹਾ ਕਿ ਗੁਰਪਤਵੰਤ ਪੰਨੂ ਕੇਸ ਜਿਹੜਾ ਟ੍ਰਾਇਲ 'ਚ ਜਾਣ ਵਾਲਾ ਹੈ ਉਹ ਕਿਵੇਂ ਪ੍ਰਭਾਵਿਤ ਕਰੇਗਾ। ਉਹਨੇ ਕਿਹਾ ਵੀ ਇਸ ਦੇ ਨਾਲ ਅੱਗੋਂ ਇਹ ਜਿਹੜਾ ਕੇਸ ਹੈ ਇਸ 'ਚ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦੇ ਆਫਿਸਰ ਦਾ ਜਿਹੜਾ ਮੇਨ ਰੋਲ ਹੈ ਰਾਹ ਦਾ, ਉਹਨੇ ਇਹਨੂੰ ਹੋਰ ਵੀ ਕੰਪਲਿਕੇਟਡ ਬਣਾਇਆ ਹੋਇਆ। ਔਰ ਇਹ ਨਿਊ ਦਿੱਲੀ ਇਜ਼ ਕੀਨਲੀ ਅਵੇਅਰ ਦੈਟ ਰਿਜ਼ੋਲਵਿੰਗ ਦਿਸ ਕੇਸ ਇਜ਼ ਕਰੂਸ਼ਲ as it could have significant repercussions for both national security and international relations। ਕਿ ਵੀ ਇਹ ਕੇਸ ਜਿਹੜਾ ਹੈ ਇਹ ਰਿਜ਼ੋਲਵ ਹੋਣਾ ਚਾਹੀਦਾ, ਨਹੀਂ ਤਾਂ ਇਕੱਲਾ ਅਮਰੀਕਾ ਭਾਰਤ ਰਿਲੇਸ਼ਨਸ਼ਿਪ 'ਚ ਹੀ ਨਹੀਂ, ਇਹ ਤਾਂ ਇੰਟਰਨੈਸ਼ਨਲ ਟੈਰਰਿਜ਼ਮ, ਟਰਾਂਸਨੈਸ਼ਨਲ ਜਿਹੜਾ ਰਿਪਰੈਸ਼ਨ ਕ੍ਰਾਈਮ ਹੈ ਉਸ ਲਈ ਭਾਰਤ ਜਵਾਬਦੇਹ ਹੋਏਗਾ। ਫਿਰ ਇਸ ਬੀਬੀ ਹੈ ਜਾਂ ਬੰਦਾ ਹੈ ਨਿਆਨਿਮਾ ਵਾਸੂ, ਉਹਨਾਂ ਨੇ ਕਿਹਾ ਵੀ ਇਸ ਰਿਪੋਰਟਰ ਨੂੰ ਬਹੁਤ ਸਾਰੇ ਸੋਰਸਿਸ ਨੇ ਕਨਫਰਮ ਕੀਤਾ ਹੈ ਕਿ ਗੈਬਰਡ ਦੀ ਵਿਜ਼ਿਟ ਦੇ ਦੌਰਾਨ ਉਹ ਬੇਸ਼ੱਕ ਗਲੋਬਲ ਇੰਟੈਲੀਜੈਂਸ ਚੀਫਸ ਦੀ ਜਿਹੜੀ ਮੀਟਿੰਗ ਅਜੀਤ ਡੋਵਲ ਨੇ ਸੱਦੀ ਉਸ ਦੇ ਵਿੱਚ ਅਟੈਂਡ ਕਰਨ ਆਈ ਸੀ, ਲੇਕਿਨ ਜਿਹੜਾ ਰਾਇਸੀਨਾ ਡਾਇਲੌਗ 'ਚ ਉਹਦਾ ਪਹੁੰਚਣਾ ਇੱਕ ਸਰਪ੍ਰਾਈਜ਼ ਸੀ। ਫਿਰ ਅਗੇਨ ਇਹ ਸਾਰਾ ਫੋਕਸ ਪੰਨੂ ਕੇਸ ਦੇ ਉੱਤੇ ਹੈ ਕਿ ਜਿਹੜਾ ਪੰਨੂ ਗੁਰਪਤਵੰਤ ਸਿੰਘ ਜਿਨ੍ਹਾਂ ਕੋਲ ਅਮਰੀਕਾ ਤੇ ਕੈਨੇਡਾ ਦੋਨਾਂ ਦੀ ਡਿਊਲ ਜਿਹੜੀ ਹੈ ਉਹ ਸਿਟੀਜ਼ਨਸ਼ਿਪ ਹੈ, ਉਹਦਾ ਪ੍ਰੋਮੀਨੈਂਟ ਰੋਲ ਹੈ ਇੰਡੀਪੈਂਡੈਂਟ ਸਿੱਖ ਸਟੇਟ ਖਾਲਿਸਤਾਨ ਬਣਾਉਣ ਦੇ ਲਈ ਜਿਹੜਾ ਭਾਰਤ ਨੂੰ ਤੋੜ ਕੇ ਬਣਾਇਆ ਜਾਣਾ ਹੈ। ਔਰ ਲੇਕਿਨ ਇਹ ਜਿਹੜਾ ਪੰਨੂ ਦੀ ਜਥੇਬੰਦੀ ਹੈ ਸਿੱਖਸ ਫਾਰ ਜਸਟਿਸ, ਉਹਨੂੰ 2019 ਦੇ ਵਿੱਚ ਭਾਰਤ ਦੇ ਵਿੱਚ ਬੈਨ ਕੀਤਾ ਗਿਆ ਸੀ ਔਰ ਉਸ ਨੂੰ ਇੱਕ ਦਹਿਸ਼ਤਗਰਦ ਐਲਾਨਿਆ ਗਿਆ ਸੀ ਉਸ ਤੋਂ ਅਗਲੇ ਵਰ੍ਹੇ 'ਚ ਯਾਨੀ ਕਿ 2020 'ਚ। ਪਰ ਉਹ ਬੜੀ ਆਜ਼ਾਦੀ ਦੇ ਨਾਲ ਅਮਰੀਕਾ ਦੇ ਵਿੱਚ ਘੁੰਮ ਰਿਹਾ ਔਰ ਭਾਰਤ ਨੇ ਗੈਬਰਡ ਨੂੰ ਇਹ ਕਿਹਾ ਕਿ ਵੀ ਉਹ ਨਾ ਸਿਰਫ SFJ ਨੂੰ ਬੈਨ ਕਰੇ ਔਰ ਪੰਨੂ ਦੀਆਂ ਐਕਟੀਵਿਟੀਜ਼ ਨੂੰ ਰੋਕੇ, but urged the Trump administration to close the case that has been lying at the US Justice Department। ਇਹ ਵੀ ਮੰਗ ਕੀਤੀ ਕਿ ਜੇ ਇਹ ਕੇਸ ਜਿਹੜਾ ਇਹ ਖਤਮ ਕਰ ਦਿਓ। ਫਿਰ ਉਹਨੇ ਸੈਕੰਡ ਹੈਡਿੰਗ ਦਿੱਤਾ ਜੈ ਸ਼੍ਰੀ ਕ੍ਰਿਸ਼ਨਾ, ਕਿ ਗੈਬਰਡ ਜਿਹੜੀ ਆ ਉਹਨੇ ਸਰਪ੍ਰਾਈਜ਼ ਅਪੀਅਰੈਂਸ ਦਿੱਤੀ ਐਨੂਅਲ ਰਾਇਸੀਨਾ ਡਾਇਲੌਗ ਦੇ ਵੇਲੇ ਔਰ ਉਹਨੇ ਆਪਣੀ ਜਿਹੜੀ ਸਪੀਚ ਦੀ ਸ਼ੁਰੂਆਤ ਕੀਤੀ ਉਹਦੇ 'ਚ ਉਹਨੇ ਨਮਸਤੇ, ਅਲੋਹਾ ਐਂਡ ਜੈ ਸ਼੍ਰੀ ਕ੍ਰਿਸ਼ਨਾ। ਹੁਣ ਅਲੋਹਾ ਪਤਾ ਨਹੀਂ ਉਹਦਾ ਜਿਹੜਾ ਵੀ ਉਹ ਕਲਟ ਹੈ ਜਿਹਦੀ ਉਹ ਮੈਂਬਰ ਹੈ ਹਰੇ ਕ੍ਰਿਸ਼ਨਾ ਕਲਟ ਵਾਂਗ ਇੱਕ ਹੈ, ਉਹਨਾਂ ਦਾ ਕੋਈ ਸਲੋਗਨ ਅਲੋਹਾ ਹੋਣਾ, ਮੈਂ ਸਰਚ ਨਹੀਂ ਕੀਤਾ ਕੀ ਹੈ, ਪਰ ਉਹਨੇ ਨਮਸਤੇ ਤੇ ਜੈ ਸ਼੍ਰੀ ਕ੍ਰਿਸ਼ਨਾ। ਉਹ ਇਹ ਜਿਹੜੀ ਹੈ ਬੀਬੀ ਵਾਸੂ ਇਹ ਕਹਿੰਦੀ ਹੈ ਕਿ ਉਹਨੇ ਸ਼ਾਇਦ ਇਹ ਸੋਚਿਆ ਸ਼ੀ ਪ੍ਰੋਬੈਬਲੀ ਥਾਟ ਦੈਟ ਐਵਰੀਵਨ ਇਨ ਇੰਡੀਆ ਗ੍ਰੀਟਸ ਈਚ ਅਦਰ ਵਿਦ ਜੈ ਸ਼੍ਰੀ ਕ੍ਰਿਸ਼ਨਾ, ਕਿ ਵੀ ਸਾਰੇ ਉਹ BJP ਵਾਲਿਆਂ ਦਾ ਤਾਂ ਜੈ ਸ਼੍ਰੀ ਰਾਮ ਹੈ, ਰਾਦਰ ਅੱਗ ਲਾਉਣ ਤੋਂ ਪਹਿਲਾਂ ਵੀ ਮਾਈਨੋਰਟੀਜ਼ ਦੇ ਘਰਾਂ ਨੂੰ ਦੁਕਾਨਾਂ ਨੂੰ ਜੈ ਸ਼੍ਰੀ ਰਾਮ ਕਹਿੰਦੇ ਨੇ। ਔਰ ਫਿਰ ਉਹਨੇ ਕਿਹਾ ਵੀ ਉਹਨੂੰ ਲੱਗਿਆ ਵੀ ਉਹ ਬਿਲਕੁਲ ਇੱਕ ਹਿੰਦੂ ਤੋਂ ਵੀ ਗ੍ਰੀਟਿੰਗ ਕਰ ਰਹੀ ਹੈ ਕਿਉਂਕਿ ਉਸ ਨੂੰ ਮੋਦੀ ਨੇ ਗੰਗਾ ਜਲੀ ਜਿਹੜੀ ਆ ਆਫਰ ਕੀਤੀ ਤੇ ਉਹਨੇ ਵੀ ਕਿਹਾ ਵੀ ਚਲੋ ਜੈ ਸ਼੍ਰੀ ਕ੍ਰਿਸ਼ਨ। ਪਰ ਉਹਨੇ ਕਿਹਾ ਵੀ ਹਾਊਐਵਰ ਡਿਊਰਿੰਗ ਹਰ 2-day ਵਿਜ਼ਿਟ ਟੂ ਇੰਡੀਆ ਵਿਚ ਵਾਜ਼ ਪਾਰਟ ਆਫ ਅ ਬਿਗਰ ਟੂਰ ਆਫ Indo-Pacific, Gabbard didn't make any public statement about the issues
डिस्कस्ड और रेज्ड विद द इंडियन गवर्नमेंट कि उन्हें बिल्कुल चुप्पी धार ਲਈ उन्हें कोई स्टेटमेंट नहीं ਦਿੱਤੀ। She chose to remain carefully silent on issues that might have stirred up consternation between both the capitals, especially now that some more visits by key Trump administration officials are coming up before the president himself lands in this country to take part in the Quad summit. कि अजे अमरीका ਦੇ ਹੋਰ ਉੱਚ ਅਧਿਕਾਰੀਆਂ ਨੇ ਵੀ ਜਾਣਾ ਹੈ ਭਾਰਤ ਔਰ ਅਖੀਰ ਫਿਰ ਜਦੋਂ ਕੁਆਡ ਦੀ ਮੀਟਿੰਗ ਹੋਏਗੀ ਉਦੋਂ ਪ੍ਰੈਜ਼ੀਡੈਂਟ ਟਰੰਪ ਵੀ ਲੇਟਰ ਇਨ ਦਾ ਈਅਰ ਹੋ ਜਾਏਗਾ, ਇਸ ਲਈ ਸ਼ਾਇਦ ਉਹਨੇ ਕੋਈ ਵੀ ਗੱਲ ਕਹਿਣ ਤੋਂ ਜਿਹੜਾ ਹੈ ਉਹ ਕਾਲਾ ਵੱਟਿਆ। ਔਰ ਫਿਰ ਸੈਕੰਡ ਹੈਡਿੰਗ ਉਹਨੇ ਦਿੱਤਾ ਕਿ ਵੀ ਜੇ ਭਾਰਤ ਇਹ ਸਮਝਦਾ ਹੈ ਜੀ ਕੇਸ ਕਲੋਜ਼ ਕਰ ਦਿਓ ਔਰ ਜੈ ਸ਼੍ਰੀ ਕ੍ਰਿਸ਼ਨਾ ਕਹਿ ਦਿੱਤਾ, ਆਪਣੀ ਕੁੜੀ ਤੁਲਸੀ ਆ ਗਈ ਆ, ਹੁਣ ਤਾਂ ਗੱਲ ਹੀ ਕੋਈ ਨਹੀਂ, ਪਰਵਾਹ ਹੀ ਕੋਈ ਨਹੀਂ। ਦੂਜਾ ਹੈਡਿੰਗ ਹੈ ਟਰੰਪ ਅਨਲਾਈਕਲੀ ਟੂ ਰਿਲੈਂਟ ਕੰਪਲੀਟਲੀ। ਉਹਨੇ ਕਿਹਾ ਵੀ ਇਹ ਟਰੰਪ ਇਸ ਮੁੱਦੇ ਦੇ ਉੱਤੇ ਪਿੱਛੇ ਨਹੀਂ ਹਟੇਗਾ ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਲੌਂਗ ਔਰ ਡੀਟੇਲ ਜੁਆਇੰਟ ਸਟੇਟਮੈਂਟ ਇਸ਼ੂ ਹੋਈ ਫਸਟ ਬਾਇਲੈਟਰਲ ਮੀਟਿੰਗ ਟਰੰਪ ਔਰ ਮੋਦੀ ਦੇ ਵਿਚਾਲੇ, ਜਦੋਂ ਮੋਦੀ ਇੱਥੇ ਆਇਆ ਦੋਨੋਂ ਸਾਈਡਸ ਨੇ ਐਗਰੀ ਕੀਤਾ ਸੀ ਕਿ ਟੂ ਪ੍ਰਮੋਟ ਮਿਊਚੁਅਲ ਸਿਕਿਉਰਿਟੀ ਫॉर both countries by taking strong action against bad actors, criminal facilitators ਕਿ ਵੀ ਇਹ ਵੀ ਉਹਦੇ 'ਚ ਮੈਂਸ਼ਨ ਕੀਤਾ ਗਿਆ ਸੀ ਵੀ ਇੰਡੀਆ ਦੇ ਪਰਸਪੈਕਟਿਵ ਤੋਂ ਤਾਂ ਇਹ ਸੀ ਕਿ ਜਿਹੜਾ ਅਮਰੀਕਾ ਜਿਹੜਾ ਸਾਡਾ ਬੜਾ ਕਲੋਜ਼ੈਸਟ ਐਲਾਈ ਹੈ ਉਹ ਬੜਾ ਇਫੈਕਟਿਵ ਐਕਸ਼ਨ ਲਏਗਾ ਸਟਾਪਿੰਗ ਦ ਐਕਟੀਵਿਟੀਜ਼ ਕੈਰੀਡ ਆਊਟ ਬਾਈ SFJ ਐਂਡ ਇਟਸ ਮੈਂਬਰਸ। ਹੁਣ ਸਟਾਪਿੰਗ ਤਾਂ ਕੀ ਹੋਣੀ ਹੈ, ਹੁਣ ਜਦੋਂ SFJ ਨੇ LA ਦੇ ਵਿੱਚ ਰੈਫਰੈਂਡਮ ਦੀਆਂ ਵੋਟਾਂ ਐਲਾਨੀਆਂ 23 ਮਾਰਚ ਨੂੰ ਤੇ ਉਹ ਗੁਰਦੁਆਰਾ ਰਿਵਰਸਾਈਡ ਸੀ, ਉਦੋਂ ਜ਼ਾਹਰ ਹੈ ਵੀ ਪਹਿਲਾਂ ਵੀ ਉਹਨਾਂ ਨੇ ਸਿਵਿਕ ਸੈਂਟਰ ਦੀ ਟਰਾਈ ਕੀਤੀ ਹੋਏਗੀ, ਉਹਦੀ ਪਰਮਿਸ਼ਨ ਨਹੀਂ ਮਿਲੀ ਹੋਏਗੀ ਜਾਂ ਕੋਈ ਹੋਰ ਡਿਲੇ ਹੋਏਗਾ। ਪਰ ਹੁਣ ਇਹ ਜਿਹੜਾ ਚੇਂਜ ਆਫ ਵੈਨਿਊ ਹੋਇਆ ਗੁਰਦੁਆਰਾ ਰਿਵਰਸਾਈਡ ਤੋਂ ਸਿਵਿਕ ਸੈਂਟਰ, ਇਹ ਤਾਂ 2-2.5 ਹਫ਼ਤੇ ਪਹਿਲਾਂ ਹੀ ਹੋਇਆ। ਸੋ ਇਹ ਵੀ ਉਹਨਾਂ ਨੂੰ ਜਦੋਂ ਇੰਡੀਅਨ ਉਹਨਾਂ ਦੇ ਡਿਪਲੋਮੈਟ ਬੈਠਦੇ ਨੇ ਉਹ ਸਾਰੇ ਸਿਗਨਲ ਦੇਖਦੇ ਨੇ ਕਿ ਵੀ ਉਹਨਾਂ ਨੂੰ ਸੀ ਜੀ ਅਸੀਂ ਰੌਲਾ ਪਾ ਦਿੱਤਾ ਕਿ SFJ ਬੈਂਡ ਆਰਗੇਨਾਈਜੇਸ਼ਨ ਹੈ, ਪੰਨੂ ਟੈਰਰਿਸਟ ਹੈ ਔਰ ਅਮਰੀਕਾ ਜਿਹੜਾ ਉਹ ਰੋਕ ਦੇਗਾ ਰੈਫਰੈਂਡਮ ਨੂੰ ਜਾਂ ਦੂਜਿਆਂ ਨੂੰ, ਉਹਨਾਂ ਨੇ ਤਾਂ ਸਿਵਿਕ ਸੈਂਟਰ ਦੇ ਉੱਤੇ ਲੈ ਆਂਦਾ। ਸੋ ਇਹ ਆਪਣੇ ਆਪ 'ਚ ਇਹੀ ਉਹ ਰਿਫਲੈਕਟ ਕਰ ਰਹੀ ਹੈ ਕਿ ਵੀ ਇਹ ਜਦੋਂ ਜੁਆਇੰਟ ਸਟੇਟਮੈਂਟ ਦੋਨਾਂ ਨੇ ਮੋਦੀ ਔਰ ਟਰੰਪ ਦੀ ਆਈ, ਇੰਡੀਆ ਇਹ ਸਮਝਦਾ ਸੀ ਕਿ ਜੀ ਇਹ ਜਿਹੜਾ ਇਹਦੇ ਤੇ ਜਿਹੜਾ ਹੁਣ SFJ ਤੇ ਉਹਦੇ ਮੈਂਬਰਾਂ ਦੇ ਖਿਲਾਫ ਇਫੈਕਟਿਵ ਐਕਸ਼ਨ ਹੋਏਗਾ। ਦਾ ਕੇਸ ਓਵਰ ਦਾ ਅਲੈਜਡ ਪੰਨੂ ਪਲਾਟ ਹੈਜ਼ ਬੀਨ ਪਾਰਟਿਕੂਲਰਲੀ ਐਂਬੈਰਸਿੰਗ ਫॉर ਇੰਡੀਆ especially during the Biden administration, ਉਦੋਂ ਤਾਂ ਹੈ ਹੀ ਸੀ embarrassing, which exerted considerable pressure on Modi government to take decisive action. ਬਾਈਡਨ ਐਡਮਿਨਿਸਟ੍ਰੇਸ਼ਨ ਨੇ ਪੂਰਾ ਉਹਦੇ ਤੇ ਦਬਾਅ ਬਣਾਇਆ ਕਿ ਵੀ ਇਸ ਦੇ ਉੱਤੇ ਜਿਹੜਾ ਉਹ ਐਕਸ਼ਨ ਲਓ ਔਰ ਉਹਨਾਂ ਨੇ ਕਿਹਾ ਵੀ ਇਸ ਹੱਦ ਤੱਕ ਪ੍ਰੈਸ਼ਰ ਇੰਡੀਆ ਤੇ ਬਣਿਆ ਕਿ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਲ ਜਿਹੜਾ ਹੈ ਉਹ ਮੋਦੀ ਦੇ ਨਾਲ ਜਦੋਂ ਉਹ ਯੂਨਾਈਟਿਡ ਨੇਸ਼ਨਸ 'ਚ ਬੋਲਣ ਲਈ ਆਇਆ ਸਪਟੈਂਬਰ 2024 'ਚ, ਕਿਉਂਕਿ ਉਦੋਂ ਕੰਟਰੋਵਰਸੀ ਚੱਲ ਰਹੀ ਸੀ ਔਰ ਉਹ ਅਜੀਤ ਡੋਵਲ ਡਰਦਿਆਂ ਇੱਥੇ ਨਹੀਂ ਵੜਿਆ। ਇਹ ਇਹਨੇ ਨਹੀਂ ਕਿਹਾ ਕਿ ਜੀ ਉਹਨੂੰ ਸਮਨ ਸਰਵ ਕਰਨੇ ਸੀ ਔਰ ਉਹ ਇਹ ਕਹਿ ਰਹੇ ਹੈ ਕਿ ਵੀ ਕਿਉਂਕਿ ਇਸ ਵਾਰ ਅਜੀਤ ਡੋਵਲ ਆ ਗਿਆ, ਹਾਲਾਂ ਇਹ ਨਹੀਂ ਕਿਹਾ ਵੀ ਇਸ ਵਾਰ ਉਹ ਸਮਨ ਵੀ ਸਰਵ ਹੋ ਗਏ, ਪਰ ਉਹਨੇ ਕਿਹਾ ਵੀ ਇੰਨਾ ਖੌਫ ਸੀ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵੇਲੇ ਇਹਨੂੰ ਅਜੀਤ ਡੋਵਲ ਨੂੰ। ਉਹਨੇ ਕਿਹਾ ਵੀ ਇਹ ਠੀਕ ਹੈ ਵੀ ਇਹ ਲੱਗਦਾ ਨਹੀਂ, ਵਾਈਲ ਇਟ ਸੀਮਸ ਅਨਲਾਈਕਲੀ ਦੈਟ ਟਰੰਪ ਵਿਲ ਰਿਜ਼ੋਲਵ ਦਾ case in question completely despite the ongoing discussions and negotiations। ਜਿੰਨੀਆਂ ਮਰਜ਼ੀ ਗੱਲਾਂ ਬਾਤਾਂ ਹੋ ਲੈਣ ਇਹ ਕੇਸ ਕਿਤੇ ਨਹੀਂ ਜਾਣ ਵਾਲਾ। there does appear to be a slight attempt at striking a careful balance between the interests of both nations। ਇਹ ਹੋ ਸਕਦਾ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਜਿਹੜੀਆਂ ਗੱਲਾਂ ਬਹੁਤ ਓਪਨਲੀ ਉਹਨਾਂ ਨੇ ਇੰਡੀਆ ਬਾਰੇ ਜਾਂ ਰਾਹ ਬਾਰੇ ਜਾਂ ਉਹਨਾਂ ਦੇ ਇੰਟੈਲੀਜੈਂਸ ਆਫੀਸ਼ੀਅਲਸ ਕਹੀਆਂ, ਇਹ ਥੋੜ੍ਹਾ ਜਿਹਾ ਬਚਾ ਕੇ ਜਿਹੜਾ ਡੈਲੀਕੇਟ ਬੈਲੈਂਸ ਦਾ ਮਤਲਬ ਹੁੰਦਾ ਵੀ ਅੰਦਰ ਵੜ ਕੇ ਬਾਂਹ ਮਰੋੜਨੀ ਤੇ ਬਾਹਰ ਕੁਛ ਨਾ ਕਹਿਣਾ, ਵੀ ਇਵੇਂ ਹੋ ਸਕਦਾ। ਟਰੰਪ ਕੰਟੀਨਿਊਜ਼ ਟੂ ਚੈਂਪੀਅਨ ਦਾ ਸਲੋਗਨ ਮੇਕ ਅਮਰੀਕਾ ਗ੍ਰੇਟ ਅਗੇਨ, ਇਹ ਉਹਨਾਂ ਦਾ ਮੈਗਾ ਨਾਅਰਾ ਹੈ ਔਰ ਉਹਦੇ 'ਚ ਉਹਨਾਂ ਦਾ ਜ਼ਾਹਰ ਹੈ ਵੀ ਅਮਰੀਕਨ ਇੰਟਰਸਟ ਜਿਹੜੇ ਨੇ ਉਹ ਉਹਨਾਂ ਦੇ ਪੋਲੀਟੀਕਲ ਏਜੰਡੇ ਦੇ ਉੱਤੇ ਸਭ ਤੋਂ ਉੱਪਰ ਨੇ। Or based on the strategies his administration has employed so far, it is clear that he intends to leverage this issue as a bargaining chip in negotiations with New Delhi, aiming to secure advantages that align with the US interest। ਇਸ ਲਈ bargaining chip ਲਫ਼ਜ਼ ਤੁਸੀਂ ਵੀ ਇਸਤੇਮਾਲ ਕੀਤਾ ਹੈ ਇੰਟਰੋਡਕਸ਼ਨ।
ਕਿ ਵੀ ਇਹ ਕਿਤੇ ਨਹੀਂ ਕੇਸ ਜਾਣ ਵਾਲਾ। ਟਰੰਪ ਅਮਰੀਕਾ ਦੇ ਇੰਟਰਸਟ ਦੇ ਲਈ ਇਸ ਕੇਸ ਨੂੰ ਇੱਕ ਐਜ਼ ਏ ਬਾਰਗੇਨਿੰਗ ਚਿਪ ਜਿਹੜਾ ਹੈ ਉਹ ਬਣਾਏਗਾ, ਤਾਂ ਕਿ ਦਿੱਲੀ ਨੂੰ, ਨਵੀਂ ਦਿੱਲੀ ਨੂੰ, ਇੰਡੀਆ ਨੂੰ ਨਿਚੋੜ ਕੇ ਵੱਧ ਤੋਂ ਵੱਧ ਉਹਦੇ ਚੋਂ ਜੋ ਕੱਢਿਆ ਜਾ ਸਕਦਾ ਅਮਰੀਕਨ ਇੰਟਰਸਟ ਦੇ ਲਈ ਉਹ ਕੱਢਿਆ ਜਾਏ। ਔਰ ਇਹ ਉਹਨੇ ਕਿਹਾ ਕਿ ਵੀ ਸਿਰਫ ਇੰਨੀ ਚੇਂਜ ਹੋਈ ਮੋਦੀ ਦੀ ਵਿਜ਼ਿਟ ਵੇਲੇ ਕਿ ਇਸ ਵਾਰ ਡੋਵਲ ਉਹਦੇ ਨਾਲ ਗਿਆ ਸੀ, ਜਦੋਂ ਕਿ ਪਿਛਲੀ ਵਾਰੀ ਡਰਦੇ ਹੋ ਨਹੀਂ ਸੀ ਗਿਆ। ਔਰ ਇਹ ਉਹਨਾਂ ਨੇ ਕਿਹਾ ਵੀ ਇਟ ਇਜ਼ ਆਲਸੋ ਇੰਪੋਰਟੈਂਟ ਟੂ ਨੋਟ that Trump will likely ensure that India does not take any actions that could provoke unrest within the diverse Indian diaspora in the United States. ਕਿ ਅੱਗੋਂ ਲਈ ਉਹਨਾਂ ਦੇ ਜਿਹੜੇ ਨੇ ਹੱਥ ਪੈਰ ਬੰਨ੍ਹ ਦਿੱਤੇ ਨੇ ਇੰਡੀਆ ਦੇ ਵੀ ਖਬਰਦਾਰ ਤੁਸੀਂ ਕਿਸੇ ਵੀ ਅਮਰੀਕਨ ਸਿਟੀਜ਼ਨ ਨੂੰ, ਜ਼ਾਹਰ ਹੈ ਸਿੱਖਾਂ ਦੀ ਗੱਲ ਹੈ, ਖਾਲਿਸਤਾਨੀਆਂ ਦੀ ਗੱਲ ਹੈ, ਜੇ ਉਹਨਾਂ ਨੂੰ ਕੋਈ ਤੁਸੀਂ ਹਾਰਮ ਕੀਤਾ ਔਰ ਇਸ ਦੇ ਨਾਲ such disturbances could lead to significant law and order issues, something that the Trump administration would want to avoid. ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਆਪਣੇ ਆਪ ਦੇ ਵਿੱਚ ਪੋਜ਼ਿਟਿਵ ਗੱਲ ਹੈ। ਤੁਲਸੀ ਗੈਬਰਡ ਦਾ ਕੁਝ ਵੀ ਨਾ ਬੋਲਣਾ, ਔਰ ਈਵਨ ਇਹ ਜਿਹੜੇ ਇੰਡੀਅਨ ਨੈਸ਼ਨਲਿਸਟ ਨੇ ਉਹਨਾਂ ਨੂੰ ਵੀ ਲੱਗ ਰਿਹਾ ਕਿ ਵੀ ਇਹ ਕੇਸ ਕਿਤੇ ਜਾਣ ਵਾਲਾ ਨਹੀਂ ਹੈ। ਠੀਕ ਹੈ ਵੀ ਉਹਨਾਂ ਵੋਕਲ ਇਸ ਐਡਮਿਨਿਸਟ੍ਰੇਸ਼ਨ ਵੱਲੋਂ ਅਜੇ ਤੱਕ, ਭਾਵੇਂ ਕਿਉਂਕਿ ਅਜੇ ਤਾਂ ਟਰੰਪ ਦਾ ਫੋਕਸ ਟੈਰਿਫਸ ਦੇ ਉੱਤੇ ਹੈ ਔਰ ਇੰਡੀਆ ਬਾਰੇ ਉਹਨੇ ਲਗਾਤਾਰ, ਈਵਨ ਹੁਣ ਵੀ 2 ਦਿਨ ਪਹਿਲਾਂ ਟਰੰਪ ਨੇ ਫਿਰ ਇੱਕ ਇੰਟਰਵਿਊ ਦੇ ਵਿੱਚ ਇੰਡੀਆ ਨੂੰ ਰਗੜਾ ਦਿੱਤਾ ਹੈ। ਬਿਲੀਵ ਇੰਡੀਆ ਵਿਲ ਕੱਟ ਟੈਰਿਫਸ ਸਬਸਟੈਂਸ਼ੀਅਲੀ ਔਨ US ਗੁੱਡਸ। ਔਰ ਇਹ ਉਹਨੇ ਕਿਹਾ ਕਿ ਦਾ ਓਨਲੀ ਪ੍ਰੋਬਲਮ ਇਜ਼ ਇੰਡੀਆ ਇਜ਼ ਵਨ ਆਫ ਦਾ ਹਾਈਐਸਟ ਟੈਰਿਫਿੰਗ ਨੇਸ਼ਨਸ, ਬਟ ਔਨ April 2 we will charge them same tariffs they charge us the US presidents। ਇਹ ਹੁਣ ਪਿਛਲੇ ਕੱਲ ਟੈਰਿਫ ਨੇ ਇਹ ਕਿਹਾ, ਔਰ ਇਹ ਉਹਨਾਂ ਦਾ ਜਿਹੜਾ ਟਰੰਪ ਦਾ ਇੰਟਰਵਿਊ ਹੈ ਉਹ ਇਸ ਨੇ ਇਹ ਇਹਨਾਂ ਦੀ PTI ਨਿਊਜ਼ ਏਜੰਸੀ ਨੇ ਇਹ ਖਬਰ ਦਿੱਤੀ ਹੈ ਕਿ ਵੀ ਇਨ ਐਨ ਇੰਟਰਵਿਊ with Breitbart News, an American news channel hai, opinion and commentary website, Trump discussed the US relationship with India। ਇਸ Breitbart News ਦੇ ਨਾਲ ਉਸ ਨੂੰ ਜਦੋਂ ਪੁੱਛਿਆ ਗਿਆ ਕਿ ਵੀ ਪ੍ਰਾਈਮ ਮਿਨਿਸਟਰ ਮੋਦੀ ਨਾਲ ਤੁਹਾਡੀ ਪਿਛਲੇ ਮਹੀਨੇ ਮੁਲਾਕਾਤ ਹੋਈ, ਉਹਨੇ ਕਿਹਾ ਕਿ ਵੀ ਅਸੀਂ ਭਾਰਤ ਨਾਲ ਚੰਗੇ ਸੰਬੰਧ ਚਾਹੁੰਦੇ ਹਾਂ, ਬਟ the only problem I have with India is they are one of the highest tariffing nations in the world। ਉਹ ਸਭ ਤੋਂ ਜ਼ਿਆਦਾ ਟੈਰਿਫ ਲਾਉਣ ਵਾਲੇ ਨੇ। ਆਈ ਬਿਲੀਵ ਦੇ ਆਰ ਪ੍ਰੋਬੈਬਲੀ ਗੋਇੰਗ ਟੂ ਬੀ ਲੋਅਰਿੰਗ ਦੋਜ਼ ਟੈਰਿਫਸ, ਕਿ ਵੀ ਉਹ ਘਟਾਉਣਗੇ, ਸਬਸਟੈਂਸ਼ੀਅਲੀ ਘਟਾਉਣਗੇ, ਬਟ ਔਨ April ਵੀ ਵਿਲ ਚਾਰਜਿੰਗ ਦੈਮ ਦਾ ਸੇਮ ਟੈਰਿਫਸ ਦੇ ਚਾਰਜਸ, ਕਿ 2 ਅਪ੍ਰੈਲ ਨੂੰ ਅਸੀਂ ਜਿਹੜਾ ਉਹ ਕਿੱਲਾ ਉਹੀ ਠੋਕਾਂਗੇ ਜੋ ਉਹ ਚਾਰਜ ਕਰਦੇ ਨੇ, ਉਹੀ ਅਸੀਂ ਕਰਾਂਗੇ। ਔਰ ਇਸੇ ਤਰ੍ਹਾਂ ਦੂਸਰੇ ਮੁੱਦਿਆਂ 'ਤੇ ਵੀ ਗੱਲ ਕੀਤੀ, ਪਰ ਇੰਡੀਆ ਨਾਲ ਸੰਬੰਧਿਤ ਹੈ। ਇਹਦਾ ਮਤਲਬ ਇਹ ਹੈ ਕਿ ਕੋਈ ਉਹਨਾਂ ਨੂੰ ਰਾਹਤ ਨਹੀਂ ਦਿੱਤੀ ਗਈ, ਕੋਈ ਰਾਹਤ ਨਹੀਂ ਮਿਲੀ। ਔਰ ਇਹੀ ਨਹੀਂ, ਜਿਵੇਂ ਹੁਣ ਜਿਹੜੇ ਕੋਲੰਬੀਆ ਯੂਨੀਵਰਸਿਟੀ ਦੇ ਔਰ ਇੱਕ ਜਾਰਜ ਟਾਊਨ ਯੂਨੀਵਰਸਿਟੀ ਦੇ 2 ਸਟੂਡੈਂਟ, ਇੱਕ ਕੋਲੰਬੀਆ ਦੀ ਬੀਬੀ, ਇੱਕ ਜਾਰਜ ਟਾਊਨ ਵਾਲਾ ਤਾਂ ਉਹਨੂੰ ਇੰਡੀਅਨ ਹੈ ਡਾਕਟਰੇਟ PhD, ਇੱਕ ਉਹਨਾਂ ਨੂੰ ਫੜ ਕੇ ਰੱਖਿਆ ਹੋਇਆ, ਡਿਪੋਰਟ ਕਰਨਾ ਹੈ। ਔਰ ਜਿਹੜੀ ਦੂਸਰੀ ਬੀਬੀ ਸੀ ਕੋਲੰਬੀਆ ਵਾਲੀ, ਉਹ ਤਾਂ ਕੈਨੇਡਾ ਚਲੀ ਗਈ ਜਦੋਂ ਉਹਦੇ ਛਾਪਾ ਮਾਰਿਆ ਆਈਸ ਵਾਲਿਆਂ ਨੇ 2 ਦਿਨ ਪਹਿਲਾਂ। ਲੇਕਿਨ ਬਜਾਏ ਕਿ ਉਹ ਦੋਨੋਂ ਇੰਡੀਅਨ ਮੂਲ ਦੇ ਨੇ, ਇੰਡੀਆ ਤੋਂ ਆਏ ਹੋਏ ਨੇ ਦੋਨੋਂ ਸਟੂਡੈਂਟ, ਇੱਕ ਹਿੰਦੂ ਬੀਬੀ ਹੈ, ਇੱਕ ਮੁਸਲਮਾਨ ਸਟੂਡੈਂਟ, ਬਟ ਹਾਈਲੀ ਅਕੰਪਲਿਸ਼ਡ ਰਿਸਰਚਰ ਨੇ। ਔਰ ਇੰਡੀਆ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਕਹਿ ਰਹੀ ਹੈ ਇਟ ਇਜ਼ ਇੰਪੋਰਟੈਂਟ ਫॉर ਇੰਡੀਅਨ ਸਟੂਡੈਂਟਸ ਇਨ US ਟੂ ਕੰਪਲਾਈ ਵਿਦ ਲੋਕਲ ਲਾਜ਼। ਇਹ ਉਹਨਾਂ ਦਾ ਜਿਹੜੀ ਬੀਬੀ ਹੈ ਜਿਹੜੀ ਕੈਨੇਡਾ ਪਹੁੰਚ ਗਈ, ਰੰਜਨੀ ਸ਼੍ਰੀਨਿਵਾਸਨ, ਇਹ US ਬੇਸਡ ਇੰਡੀਅਨ ਸਕਾਲਰ ਹੈ। ਔਰ ਇਸੇ ਤਰ੍ਹਾਂ ਜਿਹੜਾ ਦੂਸਰਾ ਬਦਰ ਖਾਨ ਸੂਰੀ, ਇਹ ਜਾਰਜ ਟਾਊਨ ਯੂਨੀਵਰਸਿਟੀ ਦਾ ਡਾਕਟਰ ਹੈ। ਔਰ ਉਹਦੇ 'ਚ ਉਹਨੇ ਕਿਹਾ ਜੀ, ਇਹ ਐਕਸਟਰਨਲ ਅਫੇਅਰਸ ਦੇ ਬੁਲਾਰੇ ਨੇ ਇਹ ਗੱਲ ਕਹੀ ਹੈ ਕਿ ਜੀ ਉਹ ਜਿੰਨੇ ਉੱਥੇ ਸਟੂਡੈਂਟ ਨੇ ਉਹ ਅਮਰੀਕਾ ਦਾ ਲਾ ਮੰਨਣ। ਸੋ ਜ਼ਾਹਰ ਹੈ ਕਿ ਵੀ ਟਰੰਪ ਨੇ ਮੋਦੀ ਦੇ ਆਉਣ ਤੋਂ ਪਹਿਲਾਂ ਅਮਰੀਕਾ ਵੀ ਚੇਨਜ਼ ਔਰ ਬੇੜੀਆਂ ਦੇ ਵਿੱਚ ਭੇਜੇ, ਹਾਲਾਂਕਿ ਉਹੀ ਜਿਹੜੇ ਨੇਪਾਲ ਰਿਪੋਰਟ ਕੀਤੇ ਜਾਂ ਦੂਜਿਆਂ ਨੇ ਉਹਨਾਂ ਦੇ ਕੋਈ ਚੇਨਜ਼ ਆ ਦੂਜੇ ਨਹੀਂ ਲਾਏ ਗਏ। ਔਰ ਇੱਧਰ ਜਿਹੜਾ ਉਹਨਾਂ ਨੇ ਇਹ ਦੋਨੋਂ ਹੀ ਪ੍ਰੋਮੀਨੈਂਟ ਜਿਹੜੇ ਸਟੂਡੈਂਟ ਜਿਹਨਾਂ ਨੇ ਫਲਸਤੀਨੀਆਂ ਦੇ ਹੱਕ 'ਚ ਵਾ, ਹਾਲਾਂ ਅਸੀਂ ਐਪਰੀਸ਼ੀਏਟ ਕਰਦੇ ਹਾਂ। ਔਰ ਅਸੀਂ, ਮੈਨੂੰ ਯਾਦ ਹੈ ਜਦੋਂ ਇਸ ਬੀਬੀ
ਇਹਦਾ ਨਾਂ ਸ਼੍ਰੀਨਿਵਾਸਨ ਹੈ। ਇਹਨੇ ਇੱਥੇ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਤਕਰੀਰ ਵੀ ਕੀਤੀ ਸੀ ਔਰ ਦੂਸਰੇ ਤੇ ਅਸੀਂ ਐਪਰੀਸ਼ੀਏਟ ਕੀਤਾ ਸੀ ਕਿ ਭਾਈ ਇੱਕ ਪਾਸੇ ਇੰਡੀਆ ਜਿਹੜਾ ਹੈ ਉਹ ਇਜ਼ਰਾਈਲ ਤੋਂ ਪੈਗਾਸਸ ਲੈ ਕੇ ਉੱਥੇ ਲੋਕਾਂ ਦਾ ਜੀਣਾ ਹਰਾਮ ਕੀਤਾ ਹੋਇਆ, ਉਹਨਾਂ ਦੇ ਕੰਪਿਊਟਰਾਂ 'ਚ ਵਾੜ ਦਿੱਤਾ ਹੈ। ਦੂਜੇ ਪਾਸੇ ਜੋ ਗਜ਼ਾ ਦੇ ਵਿੱਚ ਨਸਲਕੁਸ਼ੀ ਤੋਂ ਬਾਅਦ ਨਸਲਕੁਸ਼ੀ ਹੋ ਰਹੀ ਹੈ, ਉਹ ਈਵਨ ਹੁਣ ਸੀਜ਼ਫਾਇਰ ਖਤਮ ਕਰਤਾ ਹੈ ਇਜ਼ਰਾਈਲ ਨੇ ਔਰ ਪਿਛਲੇ 2 ਦਿਨਾਂ 'ਚ 400 ਤੋਂ ਜ਼ਿਆਦਾ ਬੀਬੀਆਂ ਬੱਚੇ ਸੁੱਤੇ ਪਏ ਘਰਾਂ 'ਚ ਜੋ ਬੰਬਾਰਡਮੈਂਟ ਔਰ ਦੂਸਰੇ ਕਰ ਰਹੇ ਨੇ। ਸੋ ਮੈਨੂੰ ਇਹ ਚੰਗਾ ਲੱਗਿਆ ਕਿ ਵੀ ਇੱਕ ਹਿੰਦੂ ਪਰਿਵਾਰ ਦੀ ਬੱਚੀ ਜਿਹੜੀ ਹਾਈਲੀ ਅਕੰਪਲਿਸ਼ਡ ਹੈ ਔਰ ਇੱਥੋਂ ਦੀ ਉਹਨੇ ਫਲਸਤੀਨੀਆਂ ਦੇ ਹੱਕ 'ਚ ਆਵਾਜ਼ ਚੁੱਕੀ ਹੈ। ਲੇਕਿਨ ਇਹ ਤਾਂ ਆਪਣਿਆਂ ਨੂੰ ਜੇ ਬੇੜੀਆਂ 'ਚ ਹੱਥਕੜੀਆਂ 'ਚ ਲਿਆਉਣ ਨਹੀਂ ਤਾਂ ਇਹ ਤਾਂ ਉਹਨਾਂ ਨੂੰ ਲੱਗਦਾ ਵੀ ਇਹ ਤਾਂ ਫਲਸਤੀਨੀਆਂ ਦੇ ਹੱਕ 'ਚ ਬੋਲਣ ਦਾ ਮਤਲਬ ਇਜ਼ਰਾਈਲ ਦੇ ਖਿਲਾਫ ਬੋਲਣਾ ਤੇ ਉਹ ਉਹਨਾਂ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਕਹਿ ਰਹੀ ਹੈ ਕਿ ਜੀ ਇਟ ਇਜ਼ ਇੰਪੋਰਟੈਂਟ ਫॉर ਇੰਡੀਅਨ ਸਟੂਡੈਂਟਸ ਇਨ US ਟੂ ਕੰਪਲਾਈ ਵਿਦ ਲੋਕਲ ਲਾਅ। ਮਤਲਬ ਹੈ ਕਿ ਵੀ ਆਰ ਵਾਸ਼ਿੰਗ ਆਵਰ ਹੈਂਡ, ਅਸੀਂ ਤੁਹਾਡੀ ਕੋਈ ਮਦਦ ਨਹੀਂ ਕਰਨੀ। ਪਰ ਦੂਸਰੇ ਪਾਸੇ ਬਹੁਤ ਕੁਝ ਅਜੇ ਫਲੂਡ ਹੈ, ਚੱਲ ਰਿਹਾ ਹੈ ਔਰ ਦੇਖਦੇ ਹਾਂ ਜਿਹੜਾ ਊਂਠ ਕਿਸ ਕਰਵਟ ਬੈਠਦਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨਾ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੂੰ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।